Hello my dear students, welcome to Vidya English classes. So today we are going to start our next topic, our next poem that is written by none other than the Nightingale of India, Sarojini Naidu. So the name of the poem is The Soul's Prayer. ਸੋ ਇਸ ਵੀਡੀਓ 'ਚ ਤੁਹਾਨੂੰ ਇਹਦੀ ਐਕਸਪਲੇਨੇਸ਼ਨ ਦੇ ਨਾਲ ਤੁਹਾਨੂੰ ਤੁਹਾਡੇ ਬਹੁਤ ਸਾਰੇ ਕੁਐਸਚਨ ਦੇ ਆਨਸਰ ਵੀ ਮਿਲਣਗੇ। ਤੇ ਪੋਇਮ ਜੇ ਮੈਂ ਤੁਹਾਨੂੰ ਦੱਸਿਆ ਕਿ ਸਰੋਜਨੀ ਨਾਇਡੂ ਨੇ ਲਿਖੀ ਹੈਗੀ, ਜਿਸ ਨੂੰ ਕਿ ਇੰਡੀਆ ਦੀ ਨਾਈਟਿੰਗੇਲ ਬੁਲਬੁਲ ਵੀ ਕਿਹਾ ਜਾਂਦਾ। ਉਹਦੇ ਪਿੱਛੇ ਕਾਰਨ ਕੀ ਹੈਗਾ? ਅਸੀਂ ਮੰਨ ਸਕਦੇ ਹਾਂ ਕਿ ਕਾਰਨ ਤਾਂ ਇਹ ਕਿ ਉਹਦੀ ਆਵਾਜ਼, ਸਰੋਜਨੀ ਨਾਇਡੂ ਦੀ ਆਵਾਜ਼ ਬੜੀ ਮਿੱਠੀ ਸੀ, ਬੜੀ ਸਵੀਟ ਸੀਗੀ। ਜਦੋਂ ਉਹ ਗਾਉਂਦੀ ਸੀਗੀ ਤਾਂ ਉਹ ਐਂ ਲੱਗਦਾ ਜਿਵੇਂ ਬੁਲਬੁਲ ਗਾ ਰਹੀ ਹੈ। ਅਤੇ ਦੂਸਰੀ ਗੱਲ, ਆਵਾਜ਼ ਤੋਂ ਇਲਾਵਾ ਉਹਦੀ ਪੋਇਟਰੀ ਵੀ ਬੜੀ ਸ਼ਾਨਦਾਰ ਸੀ। ਇੱਕ ਬੜੀ ਡਾਇਨਾਮਿਕ ਪਰਸਨੈਲਿਟੀ ਸੀ ਸਰੋਜਨੀ ਨਾਇਡੂ। ਸਰੋਜਨੀ ਨਾਇਡੂ ਇੰਡੀਅਨ ਨੈਸ਼ਨਲ ਕਾਂਗਰਸ ਦਾ ਇੱਕ ਫੀਮੇਲ ਚਿਹਰਾ ਸੀ। ਮਤਲਬ ਅਗਰ ਆਪਾਂ ਗੱਲ ਕਰੀਏ ਕਿ ਸਭ ਤੋਂ ਪਹਿਲੀ ਕੌਣ ਸੀ ਜੋ ਕਿ ਪੋਲੀਟਿਕਸ ਦੇ ਵਿੱਚ ਆਈ ਲੇਡੀ, ਤਾਂ ਉਹਦੇ ਵਿੱਚ ਸਰੋਜਨੀ ਨਾਇਡੂ ਦਾ ਨਾਮ ਸਭ ਤੋਂ ਉੱਪਰ ਹੈ। ਸਰੋਜਨੀ ਨਾਇਡੂ ਹੀ ਸੀਗੀ ਜਿਸ ਨੇ ਕਿ ਵਿਮਨ ਦੀ ਜੋ ਇੱਕ ਪਾਰਟੀ ਹੁੰਦੀ ਹੈ, ਮਤਲਬ ਕਿ ਵਿਮਨ ਇੱਕ ਆਰਗੇਨਾਈਜੇਸ਼ਨ ਨੂੰ ਐਸਟੈਬਲਿਸ਼ ਕੀਤਾ ਸੀਗਾ, ਔਰ ਬੜਾ ਇੱਕ ਜਾਣਿਆ ਮਾਣਾ ਚਿਹਰਾ ਸੀਗਾ ਇਹ ਇੰਡੀਅਨ ਨੈਸ਼ਨਲ ਕਾਂਗਰਸ ਦਾ। ਕੁਛ ਹੋਰ ਪੁਆਇੰਟਸ ਨੇ, ਕੀ ਪੁਆਇੰਟਸ ਨੇ ਜੋ ਤੁਹਾਨੂੰ ਸਕਰੀਨ ਦੇ ਉੱਪਰ ਹੁਣ ਵਿਖ ਰਹੇ ਨੇਗੇ, ਕਿ ਉਹਦੀ ਪੋਇਟਰੀ ਨੂੰ ਐਪਰੀਸ਼ੀਏਟ ਕੀਤਾ ਜਾਂਦਾ, ਜਿਵੇਂ ਕਿ ਜਿਵੇਂ ਬੁਲਬੁਲ ਦੇ ਗੀਤ ਨੂੰ ਐਪਰੀਸ਼ੀਏਟ ਕੀਤਾ ਜਾਂਦਾ, ਬੁਲਬੁਲ ਦੀ ਆਵਾਜ਼ ਨੂੰ, ਉਵੇਂ ਉਹਦੀ ਇਹਦੀ ਪੋਇਟਰੀ ਨੂੰ ਵੀ। ਇਹਦੇ ਵਿੱਚ ਵੀ ਪੋਇਟਰੀ 'ਚ ਅਕਸਰ ਹੀ ਵਰਡ ਲਾਈਕ ਕੁਆਲਿਟੀ ਮੰਨੀ ਜਾਂਦੀ ਹੈ। ਇਹਦੀ ਹਰ ਇੱਕ ਪੋਇਮ ਦੇ ਵਿੱਚ ਸੇਮ ਜਿਹੇ ਥੀਮ ਹੁੰਦੇ ਨੇ, ਕਿ ਜਿਵੇਂ ਲਵ, ਨੇਚਰ, ਫੋਕ ਟਾਕ, ਮਤਲਬ ਕਿ ਫੋਕ ਸੌਂਗ ਦੀ ਗੱਲ ਕਰੀਏ, ਜਾਂ ਅਸੀਂ ਗੱਲਬਾਤ ਦੀ ਗੱਲ ਕਰੀਏ, ਮਤਲਬ ਕਿ ਆਪਣੇ ਫੋਕ ਬਾਰੇ, ਆਪਣੇ ਕਲਚਰ ਦੇ ਬਾਰੇ, ਲਾਈਫ ਐਂਡ ਡੈਥ ਦੇ ਨਾਲ ਲਾਸਟ ਵਿੱਚ ਪੈਟਰੀਓਟਿਜ਼ਮ, ਦੇਸ਼ ਭਗਤੀ ਦੀ ਗੱਲ ਹੁੰਦੀ ਹੈ। ਸੋ ਜਿਹੜੀ ਪੋਇਟਰੀ ਹੈ ਉਹਦੇ ਵਿੱਚ ਪਿਆਰ ਸਾਨੂੰ ਵਿਖਦਾ ਹੈਗਾ ਕਿ ਇਹਦੇ ਲਈ, ਨੇਸ਼ਨ ਦੇ ਲਈ, ਨੇਸ਼ਨ ਦੇ ਜੋ ਲੋਕ ਨੇ ਉਹਨਾਂ ਦੇ ਲਈ, ਅਤੇ ਅਕਸਰ ਹੀ ਉਹ ਆਪਣੇ ਦੇਸ਼ ਦੇ ਲੋਕਾਂ ਦੇ ਦੁੱਖ ਅਤੇ ਸੁੱਖ ਦੇ ਗੀਤ ਗਾਉਂਦੀ ਸਾਨੂੰ ਵਿਖਦੀ ਹੈਗੀ, ਉਹਦੀ ਗੱਲ ਕਰਦੀ ਹੋਈ ਆਪਣੀ ਪੋਇਮ ਵਿੱਚ ਵਿਖਦੀ ਹੈ। ਸੋ ਇਸ ਪੋਇਮ ਦੇ ਵਿੱਚ ਦੀ ਗੱਲ ਕਰੀਏ ਤਾਂ ਇਸ ਪੋਇਮ ਦੇ ਵਿੱਚ ਉਹ ਪਰਮਾਤਮਾ ਨੂੰ ਪ੍ਰੇ ਕਰ ਰਹੀ ਹੈਗੀ ਅਤੇ ਚਾਹੁੰਦੀ ਹੈਗੀ, ਰਿਕੁਐਸਟ ਕਰਦੀ ਹੈਗੀ ਕਿ ਇਹ ਪਰਮਾਤਮਾ ਤੂੰ ਮੇਰੇ ਨਾਲ ਗੱਲ ਕਰ ਅਤੇ ਮੈਨੂੰ ਇਸ ਜਨਮ ਮਰਨ ਦੇ ਚੱਕਰ ਬਾਰੇ ਮੈਨੂੰ ਦੱਸ। ਸੋ ਪੋਇਮ ਦੇ ਵਿੱਚ ਦਿਖਾਇਆ ਹੋਇਆ ਹੈਗਾ ਕਿ ਸਰੋਜਨੀ ਨਾਇਡੂ ਨੂੰ ਪਰਮਾਤਮਾ ਦੇ ਵਿੱਚ ਕਿੰਨਾ ਵਿਸ਼ਵਾਸ ਹੈ, ਅਤੇ ਉਹਨੂੰ ਫੀਲ ਹੁੰਦਾ, ਪ੍ਰਾਊਡ ਫੀਲ ਹੁੰਦੀ ਹੈਗੀ ਕਿ ਮੈਂ ਉਸ ਪਰਮਾਤਮਾ ਦੀ ਇੱਕ ਬੱਚੀ ਹਾਂ, ਉਹਦੀ ਇੱਕ ਇਨੋਸੈਂਟ ਚਾਈਲਡ ਹਾਂ। ਅਤੇ ਸਪੀਕਰ ਹੁਣ ਪਰਮਾਤਮਾ ਦੇ ਨਾਲ ਗੱਲ ਕਰਕੇ ਜਨਮ ਮਰਨ ਦੇ ਜੋ ਲਾਅ ਨੇਗੇ, ਜਿਹੜੇ ਕਿਸੇ ਨੂੰ ਨਹੀਂ ਪਤਾ, ਉਹਨਾਂ ਦੇ ਨਾਲ ਰਿਲੇਟਡ ਸਵਾਲ ਕਰ ਰਹੀ ਹੈ ਅਤੇ ਜਵਾਬ ਲੱਭਣ ਦੀ ਕੋਸ਼ਿਸ਼ ਕਰ ਰਹੀ ਹੈਗੀ। ਅਤੇ ਇਸ ਪੋਇਮ ਦੇ ਵਿੱਚ ਅਸੀਂ ਆਟੋਬਾਇਓਗ੍ਰਾਫੀਕਲ ਟੋਨ ਵੇਖ ਸਕਦੇ ਹਾਂ। ਸੋ ਇਹ ਕੁਛ ਕੀ ਪੁਆਇੰਟ ਸੀਗੇ ਜਿਹੜੇ ਕਿ ਤੁਸੀਂ ਅਗਰ ਆਪਣੇ ਆਨਸਰ ਦੇ ਵਿੱਚ ਲਿਖਦੇ ਹੋਗੇ ਤਾਂ ਤੁਹਾਨੂੰ ਐਕਸਟਰਾ ਮਾਰਕਸ ਸ਼ੋਰਲੀ ਮਿਲਣਗੇ ਹੀ ਮਿਲਣਗੇ। ਹੁਣ ਆਪਾਂ ਪੋਇਮ ਦੀ ਐਕਸਪਲੇਨੇਸ਼ਨ ਕਰਦੇ ਹਾਂਗੇ। ਪੋਇਮ ਦੇ ਵਿੱਚ ਕੀ ਲਿਖੀ ਹੋਈ ਹੈਗੀ? The Soul's Prayer from line 1 to 8. In childhood's pride I said to thee, so thee here stands for God. ਪਰਮਾਤਮਾ ਦੀ ਲਈ ਗੱਲ ਕਰ ਰਿਹਾ। In childhood's pride I said to thee. ਚਾਈਲਡਹੁੱਡ ਪ੍ਰਾਈਡ ਮਤਲਬ ਵੀ ਮੈਨੂੰ ਮਾਣ ਹੈਗਾ ਕਿ ਮੈਂ ਪਰਮਾਤਮਾ ਦੀ ਇੱਕ ਬੱਚੀ ਹਾਂ, ਇੱਕ ਪਰਮਾਤਮਾ ਦਾ ਮੈਂ ਇੱਕ ਜੀਵ ਹਾਂ, ਪਰਮਾਤਮਾ ਨੂੰ ਭੇਜਿਆ, ਇਸੇ ਕਰਕੇ ਮੈਨੂੰ ਮਾਣ ਇਸ ਚੀਜ਼ ਦੇ ਉੱਪਰ। ਮੈਂ ਪਰਮਾਤਮਾ ਨੂੰ ਕਿਹਾ, ਕੀ ਕਿਹਾ? ਓ ਥਾਓ ਯੂ ਮੇਡਸ ਮੀ ਥਾਈ ਬ੍ਰੈਥ, ਕਿ ਤੂੰ, ਦੋ ਦਾ ਮਤਲਬ ਵੀ ਕੀ ਹੈ ਇੱਥੇ? ਯੂ ਨੂੰ ਕਿਹਾ ਹੋਇਆ, ਯੂ ਕੌਣ ਹੈ ਇੱਥੇ? ਪਰਮਾਤਮਾ। ਇਹ ਪਰਮਾਤਮਾ ਤੂੰ ਮੈਨੂੰ ਬਣਾਇਆ, ਮੇਡਸ ਮੀਨਸ ਬਣਾਇਆ, ਆਫ ਥਾਈ ਬ੍ਰੈਥ, ਥਾਈ ਮੀਨਸ ਯੂ ਹੈ, ਕਿ ਤੂੰ ਆਪਣੇ ਸਾਹ ਦੇ ਕੇ ਮੈਨੂੰ ਬਣਾਇਆ। ਸਪੀਕ ਮਾਸਟਰ ਐਂਡ ਰਿਵੀਲ ਟੂ ਮੀ, ਇਸ ਲਈ ਤੂੰ ਮੇਰੇ ਨਾਲ ਹੁਣ ਗੱਲ ਕਰ, ਮੈਨੂੰ ਦੱਸ। ਕੀ ਦੱਸ? ਥਾਈ ਇਨਮੋਸਟ ਲਾਜ਼ ਆਫ ਲਾਈਫ ਐਂਡ ਡੈਥ, ਕਿ ਜੀਵਨ ਤੇ ਮਰਨ ਦਾ ਕੀ ਸਿਧਾਂਤ ਹੈ। ਇਨਮੋਸਟ ਮਤਲਬ ਲੁਕੇ ਹੋਏ ਨੇ, ਸਾਨੂੰ ਸਭ ਨੂੰ ਨਹੀਂ ਪਤਾ, ਸਾਨੂੰ ਕਿਸੇ ਨੂੰ ਵੀ ਨਹੀਂ ਪਤਾ ਕਿ ਜਨਮ ਤੋਂ ਪਹਿਲਾਂ ਕਿੱਥੇ ਹੁੰਦੇ ਹੈਗੇ, ਕਿਵੇਂ ਹੁੰਦੇ ਹੈਗੇ, ਅਤੇ ਜਨਮ ਮਰਨ ਤੋਂ ਬਾਅਦ ਅਸੀਂ ਕਿੱਥੇ ਜਾਂਦੇ ਹੈਗੇ, ਸਾਨੂੰ ਨਹੀਂ ਪਤਾ ਕਿਸੇ ਨੂੰ।
ਗਿਵ ਮੀ ਟੂ ਡਰਿੰਕ ਈਚ ਜੋਏ ਐਂਡ ਪੇਨ। ਹੁਣ ਪਰਮਾਤਮਾ ਰਿਕੁਐਸਟ ਕਰ ਰਹੀ ਹੋਈ ਕੀ ਕਹਿ ਰਹੀ ਹੈਗੀ, ਰਿਕੁਐਸਟ ਕਰਦੀ ਹੋਈ ਕਹਿ ਰਹੀ ਹੈਗੀ ਕਿ ਇਹ ਪਰਮਾਤਮਾ ਤੂੰ ਮੈਨੂੰ ਜਿਹੜਾ ਸੁੱਖ ਤੇ ਦੁੱਖ ਹੈ ਇਹਨਾਂ ਦੋਨਾਂ ਬਾਰੇ ਮੈਨੂੰ ਦੱਸ। ਮੈਂ ਇਸ ਨੂੰ ਚਖਣਾ ਚਾਹੁੰਦੀ ਹਾਂ, ਡਰਿੰਕ ਮੈਂ ਇਸ ਨੂੰ ਪੀਣਾ ਚਾਹੁੰਦੀ ਹਾਂ, ਪੀਣ ਦਾ ਮਤਲਬ ਇਹ ਅਹਿਸਾਸ ਕਰਨਾ ਚਾਹੁੰਦੀ ਹਾਂ, ਮੈਂ ਸਮਝਣਾ ਚਾਹੁੰਦੀ ਹਾਂ। ਵਿਚ ਥਾਈਨ ਇੰਟਰਨਲ ਹੈਂਡ ਕੈਨ ਮੀਟ। ਹੁਣ ਕੈਨ ਲਿਖਿਆ ਹੋਇਆ ਤੇ ਕੈਨ, ਹੁਣ ਇਹ ਤੇ ਕਹਿਣ ਦਾ ਮਤਲਬ ਕਿ ਇੱਥੇ ਸਕਦਾ ਹੈ ਨਾ। ਸੋ ਇੱਥੇ ਇਹ ਵੀ ਗੱਲ ਪੁੱਛੀ ਹੈਗੀ ਪਰਮਾਤਮਾ ਤੋਂ ਥਾਈਨ, ਕਿ ਤੂੰ ਮੈਨੂੰ ਇਹ ਵੀ ਦੱਸ ਪਰਮਾਤਮਾ ਵੀ ਤੇਰੇ ਹੱਥ ਜਾਂ ਤੂੰ ਹੋਰ ਕਿੰਨੀਆਂ ਕੁ ਖੁਸ਼ੀਆਂ ਜਾਂ ਗਮੀਆਂ ਪੈਦਾ ਕਰ ਸਕਦਾ ਹੈਗਾ। For my insatiate soul can drain earth's atmosphere। ਸੋ ਇਹਨਾਂ ਲਾਈਨ ਦੇ ਵਿੱਚ ਪਤਾ ਲੱਗ ਰਿਹਾ ਹੈਗਾ ਕਿ ਪੋਇਟ ਕੀ ਕਹਿ ਰਹੀ ਹੈਗੀ, ਪੋਇਟ ਦੀ ਕੰਜ਼ੰਪਸ਼ਨ ਦਿਖਾਈ ਹੋਈ ਹੈਗੀ ਕਿ ਪੋਇਟ ਕੀ ਕੀ ਸਹਿਣ ਸਕਦੀ ਹੈਗੀ। ਇਨਸੈਚੀਏਟ ਲਿਖਿਆ ਹੋਇਆ, ਇਨਸੈਚੀਏਟ ਇਹਦਾ ਮਤਲਬ ਹੈ ਐਂਡਲੈਸਲੀ ਥਰਸਟੀ, ਬੰਦਾ ਬਹੁਤ ਜ਼ਿਆਦਾ ਜੋ ਪਿਆਸਾ ਹੁੰਦਾ। ਕਹਿੰਦਾ ਮੇਰੀ ਸੋਲ ਇੰਨੀ ਜ਼ਿਆਦਾ ਪਿਆਸੀ ਹੈ ਜਾਣਨ ਦੇ ਲਈ ਕਿ ਤੂੰ ਮੈਨੂੰ ਜੋ ਵੀ ਦੱਸੇਗਾ, ਚਾਹੇ ਕਿੰਨਾ ਮਰਜ਼ੀ ਮਿੱਠਾ ਹੋਵੇ ਰਹੱਸ, ਚਾਹੇ ਕਿੰਨਾ ਮਰਜ਼ੀ ਕੌੜਾ ਹੋਵੇ, ਮੈਂ ਉਸ ਨੂੰ ਕੀ ਕਰ ਸਕਦਾ, ਮੈਂ ਉਸ ਨੂੰ ਕੰਜ਼ਿਊਮ ਕਰ ਸਕਦਾ, ਮੈਂ ਉਸ ਨੂੰ ਗ੍ਰਹਿਣ ਕਰ ਸਕਦੀ ਹਾਂ। ਸੋ ਇਹਨਾਂ ਜੋ ਫਸਟ 8 ਲਾਈਨ ਦੇ ਵਿੱਚ ਸਾਨੂੰ ਪਤਾ ਲੱਗ ਰਿਹਾ ਹੈਗਾ, ਸਾਨੂੰ ਸ਼ਾਇਦ ਇਹ ਵੀ ਲੱਗ ਰਿਹਾ ਵੀ ਜਿਵੇਂ ਜੋ ਸਪੀਕਰ ਹੈ ਇਹਦੇ ਵਿੱਚ ਉਹ ਇੱਕ ਬੱਚਾ ਹੈ, ਤੇ ਸਾਨੂੰ ਲੱਗਦਾ ਵੀ ਨਹੀਂ ਬੱਚਾ ਇੰਨੀ ਸਿਆਣੀ ਗੱਲ ਕਿਵੇਂ ਕਰ ਸਕਦਾ, ਵੱਡਾ ਹੋਏਗਾ। ਸੋ ਸਾਡੇ ਲਈ ਉਹ ਜ਼ਰੂਰੀ ਨਹੀਂ ਹੈਗਾ ਬੱਚਾ ਹੈ ਜਾਂ ਵੱਡਾ ਹੈ, ਸਾਡੇ ਲਈ ਜ਼ਰੂਰੀ ਇਹ ਹੈ ਕਿ ਉਹ ਪਰਮਾਤਮਾ ਦੇ ਅੱਗੇ ਕੀ ਅਰਜ਼ੋਈ ਕਰ ਰਿਹਾ, ਕੀ ਰਿਕੁਐਸਟ ਕਰ ਰਿਹਾ ਹੈ। ਸੋ ਪਰਮਾਤਮਾ ਨੂੰ ਵੀ ਐਂ ਬੋਲਿਆ ਜਿਵੇਂ ਸਪੀਕ ਮਾਸਟਰ, ਬੋਲੋ ਬੋਲੋ ਮਾਸਟਰ ਜੀ, ਪਰਮਾਤਮਾ ਬੋਲੋ ਤੁਸੀਂ। ਮਤਲਬ ਸਾਨੂੰ ਇਹ ਲੱਗ ਰਿਹਾ ਵੀ ਜਿਵੇਂ ਆਪਾਂ ਕਿਸੇ ਆਪਣੇ ਖਾਸ ਦੋਸਤ ਮਿੱਤਰ ਦੇ ਨਾਲ ਗੱਲ ਕਰ ਰਹੇ ਹਾਂ, ਤੇ ਪਰਮਾਤਮਾ ਦੇ ਨਾਲ ਤਾਂ ਆਪਾਂ ਇਹ ਗੱਲ ਕਰਦੇ ਨਹੀਂ ਗੇ। ਸੋ ਪਰ ਇੱਥੇ ਗੱਲ ਕਹੀਏ ਵੀ ਜੇ ਪਰਮਾਤਮਾ ਨੇ ਸਾਨੂੰ ਬਣਾਇਆ, ਪਰਮਾਤਮਾ ਸਾਡੇ ਮਾਪੇ ਨੇ ਜੀ, ਤਾਂ ਅਸੀਂ ਆਪਣੇ ਜਿਵੇਂ ਆਪਾਂ ਪੇਰੈਂਟਸ ਦੇ ਨਾਲ ਖੁੱਲ੍ਹ ਕੇ ਗੱਲ ਕਰ ਸਕਦੇ ਹਾਂ ਕਿ ਉਵੇਂ ਸਾਨੂੰ ਹੁਣ ਪਰਮਾਤਮਾ ਦੇ ਨਾਲ ਵੀ ਗੱਲ ਕਰਨੀ ਚਾਹੀਦੀ ਹੈ। ਸੋ ਇਹਨਾਂ ਲਾਈਨ ਦੇ ਵਿੱਚ ਉਹ ਪਰਮਾਤਮਾ ਤੋਂ ਦੁੱਖ ਸੁੱਖ ਦੇ ਰਹੱਸ ਬਾਰੇ, ਜੀਵਨ ਮਰਨ ਦੇ ਰਹੱਸ ਬਾਰੇ ਪੁੱਛਣਾ ਚਾਹੁੰਦੀ ਹੈਗੀ। ਤੇ ਉਹ ਕਹਿੰਦਾ ਵੀ ਚਾਹੇ ਕਿੰਨਾ ਮਰਜ਼ੀ ਕੌੜਾ ਹੋਵੇ, ਇਹ ਮਿੱਠਾ ਹੋਵੇ ਰਹੱਸ, ਮੈਂ ਫਿਰ ਵੀ ਇਹਨੂੰ ਗ੍ਰਹਿਣ ਕਰਨ ਦੇ ਲਈ, ਇਸ ਨੂੰ ਮੈਂ ਕੰਜ਼ਿਊਮ ਕਰਨ ਦੇ ਲਈ ਤਿਆਰ ਹਾਂ। ਕਿਉਂ? ਕਿਉਂਕਿ ਤੂੰ ਮੈਨੂੰ ਬਣਾਇਆ ਹੈਗਾ, ਮੇਰੇ ਵਿੱਚ ਤੇਰਾ ਹੀ ਸਾਹ ਹੈ, ਮੇਰੇ ਵਿੱਚ ਤੇਰਾ ਹੀ ਵਾਸ ਹੈ। ਸੋ ਮੈਂ ਇਹ ਚਾਹੇ ਕੌੜਾ ਹੋਵੇ ਚਾਹੇ ਮਿੱਠਾ ਹੋਵੇ, ਮੈਨੂੰ ਦੱਸ ਇਸ ਰਹੱਸ ਬਾਰੇ, ਤੇ ਮੈਂ ਉਸ ਨੂੰ ਕੰਜ਼ਿਊਮ ਕਰਨ ਦੇ ਲਈ ਤਿਆਰ ਹਾਂ। ਨੈਕਸਟ ਲਾਈਨ ਦੀ ਗੱਲ ਕਰੀਏ, spare me no bliss, no pang of strife, withhold no gift or grief I crave, the intricate lore of love and life and mystic knowledge of the grave। ਹੁਣ spare me no bliss, no pang of strife, ਕਹਿੰਦਾ ਨਾ ਤਾਂ ਹੁਣ ਜੋ ਮੇਰੇ ਹਿੱਸੇ ਦੇ ਵਿੱਚ ਆਈ ਹੈਗੀ ਕੋਈ ਵੀ ਖੁਸ਼ੀ ਜਾਂ ਪੈਂਗ ਆਫ ਸਟਾਈਫ, ਕੋਈ ਵੀ ਦੁੱਖ ਮੇਰੇ ਤੋਂ ਦੂਰ ਨਾ ਰੱਖ, ਤੂੰ ਮੈਨੂੰ ਦੇ ਦੇ। ਮੈਨੂੰ ਕੋਈ ਡਰ ਨਹੀਂ ਹੈਗਾ ਗਾ, ਮੈਨੂੰ ਕੋਈ ਮੁਸ਼ਕਿਲ ਨਹੀਂ ਹੈਗੀ ਗੀ, ਜਾਂ ਮੈਂ ਕੋਈ ਇਤਰਾਜ਼ ਨਹੀਂ ਕਰਦਾ ਹੈਗਾ ਜਾਂ ਕਰਦੀ। ਜੋ ਕੁਛ ਮੇਰੇ ਹਿੱਸੇ ਹੈ ਮੈਨੂੰ ਦੱਸ ਦੇ। ਵਿਦਹੋਲਡ ਨੋ ਗਿਫਟ ਔਰ ਗ੍ਰੀਫ ਆਈ ਕ੍ਰੇਵ, ਕ੍ਰੇਵ ਦਾ ਮਤਲਬ ਇੱਛਾ ਕਰਨੀ, ਤੇ ਨਾ ਹੀ ਮੈਂ ਹੁਣ ਡਿਜ਼ਾਇਰ ਕਰਦੀ ਹਾਂ ਕਿ ਮੈਨੂੰ ਕੋਈ ਗਿਫਟ ਮਿਲੇ ਜਾਂ ਮੈਨੂੰ ਕੋਈ ਗਰੀਫ ਹੀ ਮਿਲੇ। ਮੈਨੂੰ ਬਸ ਜਿਹੜਾ ਕੁਛ ਮੇਰੇ ਹਿੱਸੇ ਹੈਗਾ ਮੈਨੂੰ ਦੱਸ ਦੇ, ਉਹ ਕੀ ਹੈਗਾ। ਦ ਇੰਟਰੀਕੇਟ ਲੋਰ ਆਫ ਲਵ ਐਂਡ ਲਾਈਫ, ਇੰਟਰੀਕੇਟ ਉਲਝਿਆ ਹੋਇਆ ਤਾਣਾ ਬਾਣਾ, the intricate lore of love and life and mystic knowledge of the grave। ਪਰ ਜਿਹੜੀ ਇਹ ਗ੍ਰੇਵ, ਮਿਸਟਿਕ ਨੌਲੇਜ, ਰਹੱਸਮਈ ਨੌਲੇਜ, ਗ੍ਰੇਵ ਮਤਲਬ ਕਬਰ ਹੈ ਨਾ, ਪਰ ਕਹਿੰਦੇ ਜੋ ਇਹ ਰਹੱਸਮਈ ਨੌਲੇਜ ਹੈ ਕਿ ਗ੍ਰੇਵ 'ਚ ਜਾਣ ਤੋਂ ਬਾਅਦ, ਕਬਰ ਦੇ ਵਿੱਚ ਜਾਣ ਤੋਂ ਬਾਅਦ ਇਨਸਾਨ ਦੇ ਨਾਲ ਕੀ ਹੁੰਦਾ ਹੈਗਾ, ਇਹ ਤੇ ਜੋ ਪਿਆਰ ਤੇ ਜ਼ਿੰਦਗੀ ਦਾ ਇੱਕ ਉਲਝਿਆ ਹੋਇਆ ਤਾਣਾ ਬਾਣਾ ਹੈਗਾ, ਇਹ ਹਮੇਸ਼ਾ ਰਹੱਸਮਈ ਹੈ। ਮੈਂ ਇਸ ਨੂੰ ਕਦੇ ਸਮਝ ਨਹੀਂ ਸਕੀਗੀ, ਪਰ ਜੇ ਤੂੰ ਚਾਹੇ ਤਾਂ ਮੈਂ ਤੈਨੂੰ ਰਿਕੁਐਸਟ ਕਰਦਾ ਕਿ ਮੈਨੂੰ ਇਹ ਚੀਜ਼ ਸਮਝਾਉਣ ਦੀ ਕੋਸ਼ਿਸ਼ ਕਰ, ਮੈਨੂੰ ਦੱਸ ਇਹ ਕੀ ਹੈ ਕੀ ਨਹੀਂ ਹੈ ਜੀ ਇਹ। ਲॉर्ड ਥਾਊ ਡਿਡਸਟ ਆਨਸਰ ਸਟਰਨਲੀ, हे ਪਰਮਾਤਮਾ ਤੂੰ ਮੈਨੂੰ ਆਨਸਰ ਦੇ, ਮੈਂ ਬਹੁਤ ਹੀ ਨਿਮਾਣੀ ਹੋ ਕੇ ਤੇਰੇ ਤੋਂ ਪੁੱਛ ਰਹੀ ਹਾਂ, ਬਹੁਤ ਹੀ ਨੀਵੀਂ ਆਵਾਜ਼ ਦੇ ਵਿੱਚ ਤੇਰੇ ਤੋਂ ਪੁੱਛ ਰਹੀ ਹਾਂ, ਮੈਂ ਅਰਜ਼ੋਈ ਕਰ ਰਹੀ ਹਾਂ ਤੇਰੇ ਅੱਗੇ। ਫਿਰ ਜਵਾਬ ਮਿਲਦਾ ਹੈਗਾ, ਚਾਈਲਡ ਆਈ ਵਿਲ ਹਾਰਕਨ ਟੂ ਥਾਈ ਪ੍ਰੇਅਰ, ਬੱਚਾ, ਪਰਮਾਤਮਾ ਇੱਥੇ ਗੱਲ ਕਰ ਰਿਹਾ ਹੈਗਾ, ਇਹ ਬੱਚੇ ਮੈਂ ਤੇਰੇ ਸਵਾਲਾਂ ਦੇ, ਤੇਰੇ ਮੈਂ ਪ੍ਰੇਅਰ ਦਾ ਜਵਾਬ ਦੇਣਾ ਗਾ। ਐਂਡ ਥਾਈ ਅਨਕਨਕੁਅਰਡ ਸੋਲ ਸ਼ੈਲ ਨੋ,
तेरी जी सोल है अनकनकोएड है, बड़ा इंपॉर्टेंट क्वेश्चन है ये भी। सोल अनकनकोएड की ਹੁੰਦੀ ਹੈਗੀ? ਅਨਕਨਕੁਐਡ ਹੁੰਦਾ ਹੈ ਜਿਸ ਨੂੰ ਜਿੱਤਿਆ ਨਹੀਂ ਜਾ ਸਕਦਾ। ਉਹ ਕਹਿੰਦੇ ਸੋਲ, ਜਿਹੜੀ ਤੇਰੀ ਸੋਲ ਹੈ ਉਸ ਨੂੰ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ, ਪਰ ਇਹ ਅਨਕਨਕੁਐਡ ਆ। ਮੀਨਸ ਸੋਲ ਜਿਹੜੀ ਹੈ ਸਾਡੀ ਆਤਮਾ ਹੈ, ਉਹ ਕਦੇ ਵੀ ਜਿੱਤੀ ਨਹੀਂ ਜਾ ਸਕਦੀ, ਕਦੇ ਵੀ ਉਸ ਨੂੰ ਸੈਟਿਸਫਾਈ ਨਹੀਂ ਕੀਤਾ ਜਾ ਸਕਦਾ ਕਿ ਸੋਲ ਹੋਰ 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 ਸਿੱਖਣ ਦੀ, ਜਾਚਣ ਦੀ ਰਿਕੁਐਸਟ ਕਰਦੀ ਰਹਿੰਦੀ ਹੈ, ਅਰਜ਼ ਕਰਦੀ ਰਹਿੰਦੀ ਹੈ। ਆਲ ਪੈਸ਼ਨੇਟ ਰੈਪਚਰ ਐਂਡ ਡਿਸਪੇਅਰ, ਚਾਹੇ ਕਿਸੇ ਵੀ ਤਰ੍ਹਾਂ ਦਾ ਜੋ ਪੈਸ਼ਨ ਹੈ ਜਾਂ ਡਿਸਪੇਅਰ ਹੈ, ਦੁੱਖ ਦਰਦ ਤਕਲੀਫ ਹੈ, ਜਿਹੜੀ ਸੋਲ ਹੈ ਉਸ ਨੂੰ ਵੀ ਜਾਣ ਕੇ, ਉਹਦੇ ਬਾਰੇ ਜਾਣ ਕੇ ਵੀ ਹੋਰ ਅੱਗੇ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਕਿ ਮੈਨੂੰ ਆ ਵੀ ਪਤਾ ਲੱਗ ਜੇ, ਮੈਨੂੰ ਆ ਵੀ ਪਤਾ ਲੱਗ ਜੇ। Thou shalt drink deep of joy and fame, and love shall burn thee like a fire, and pain shall cleanse thee like a flame, to purge the dross from thy desire। ਜਿਵੇਂ ਇਹਦੀ ਫਰਸਟ ਲਾਈਨ ਹੈ, thou shalt drink deep of joy and fame। ਜਿਵੇਂ ਤੂੰ ਮੈਨੂੰ ਰਿਕੁਐਸਟ ਕੀਤੀ ਹੈਗੀ, ਹੇ ਮਾਈ ਚਾਈਲਡ, ਹਾਂ ਤੇਰੀ ਹੁਣ ਸੋਲ ਨੂੰ ਜੋ ਡੀਪ ਜੋਏ ਹੈ, ਡੀਪ ਸੌਰੋ ਹੈ, ਉਹ ਹੁਣ ਤੇਰੀ ਸੋਲ ਅਹਿਸਾਸ ਕਰੂਗੀ। ਉਸ ਨੂੰ ਪਤਾ ਲੱਗੂਗਾ ਕੀ ਦੁੱਖ ਹੁੰਦਾ, ਕੀ ਸੁੱਖ ਹੁੰਦਾ ਹੈਗਾ। ਐਂਡ ਲਵ ਸ਼ੈਲ ਬਰਨ ਦੀ ਲਾਈਕ ਅ ਫਾਇਰ, ਪਿਆਰ ਜਿਹੜਾ ਹੈ ਤੁਹਾਨੂੰ ਇੱਕ ਮਸ਼ਾਲ ਦੇ ਵਾਂਗ, ਇੱਕ ਅੱਗ ਦੇ ਵਾਂਗ ਜਲਾਊਗਾ। ਐਂਡ ਪੇਨ ਸ਼ੈਲ ਕਲੀਨਸ ਦੀ ਲਾਈਕ ਅ ਫਲੇਮ, ਬੜੀ ਇੰਪੋਰਟੈਂਟ। ਤੇ ਜਿਹੜਾ ਦੁੱਖ ਹੈ ਨਾ, ਉਹ ਤੈਨੂੰ ਇੱਕ ਲਪਟ ਦੇ ਵਾਂਗ, ਅੱਗ ਦੀ ਇੱਕ ਲਪਟ ਦੇ ਵਾਂਗ ਤੈਨੂੰ ਕਲੀਨਸ ਕਰੂ। ਕਲੀਨਸ ਮਤਲਬ ਪਿਉਰੀਫਾਈ ਕਰੇਗਾ। ਜਦੋਂ ਸਾਡੇ ਕੋਲੇ ਦੁੱਖ ਹੁੰਦੇ ਨੇਗੇ, ਉਦੋਂ ਅਸੀਂ ਜ਼ਿਆਦਾ ਪਿਉਰੀਫਾਈ ਹੁੰਦੇ ਆਂਗੇ, ਉਦੋਂ ਅਸੀਂ ਜ਼ਿਆਦਾ ਸ਼ੁੱਧ ਹੁੰਦੇ ਆਂਗੇ। ਜਿਹੜਾ ਖੁਸ਼ੀ ਹੈ ਉਹ ਸਾਨੂੰ ਪਿਉਰੀਫਾਈ ਨਹੀਂ ਕਰਦੀ, ਸਾਨੂੰ ਚੰਗਾ ਇਨਸਾਨ ਨਹੀਂ ਬਣਾਉਂਦੀ ਗੀ। ਦੁੱਖ ਹੈ ਜੋ ਸਾਨੂੰ ਇਨਸਾਨ ਨੂੰ ਚੰਗਾ ਬਣਾਉਂਦੀ ਹੈ। ਠੀਕ ਹੈ ਜੀ। ਸੋ ਟੂ ਪਰਸ ਦਾ ਡਰੋਸ ਫਰੋਮ दाई डिज़ायर, ਕਹਿੰਦੇ ਜਿਹੜੀ ਤੇਰੀ ਇੱਛਾਵਾਂ ਨੇਗੀਆਂ ਇਹ ਤੈਨੂੰ ਪਿਉਰੀਫਾਈ ਕਰਨ ਸਕਦੀਆਂ ਨੇਗੀਆਂ ਤੇ ਨਹੀਂ ਵੀ ਕਰ ਸਕਦੀਆਂ। ਸੋ ਸ਼ੈਲ thy chastened spirit yearn to seek from its blind prayer release। ਕਹਿੰਦੇ ਸੋ ਤੂੰ ਹੁਣ, ਚੇਸਨ ਦਾ ਮਤਲਬ ਵੀ ਪਿਉਰੀਫਾਈ ਕਹਿ ਸਕਦਾ। ਕਹਿੰਦੇ ਜਿਵੇਂ ਤੇਰੀ ਇੱਛਾਵਾਂ ਨੇਗੀਆਂ ਉਹ ਤੈਨੂੰ ਪਿਉਰੀਫਾਈ ਕਰਨ ਦੀ ਕੋਸ਼ਿਸ਼ ਕਰਨਗੀਆਂ। ਟੂ ਸੀਕ ਫਰੋਮ ਇਟਸ ਬਲਾਈਂਡ ਪ੍ਰੇਅਰ ਰਿਲੀਜ਼, ਕਿਉਂਕਿ ਤੂੰ ਹੁਣ ਬਲਾਈਂਡ ਪ੍ਰੇਅਰ ਮਤਲਬ ਕਿ ਅਦਿੱਖ ਪ੍ਰੇਅਰ ਕੀਤੀ ਸੀਗੀ, ਕਿਸੇ ਨੇ ਵੇਖਿਆ ਨਹੀਂ ਗਾ, ਸਿਰਫ ਤੂੰ ਡਾਇਰੈਕਟਲੀ ਮੇਰੇ ਨਾਲ ਗੱਲ ਕੀਤੀ, ਸੋ ਇਹ ਤੋਂ ਪਤਾ ਲੱਗ ਸਕਦਾ ਬਲਾਈਂਡ ਪ੍ਰੇਅਰ ਰਿਲੀਜ਼ ਮਤਲਬ ਕਿ ਡਾਇਰੈਕਟਲੀ ਗੱਲ ਹੋਈ ਹੈਗੀ, ਸਪੀਕਰ ਦੀ ਅਤੇ ਪਰਮਾਤਮਾ ਦੀ ਡਾਇਰੈਕਟ ਗੱਲ ਹੋਈ ਹੈ। ਐਂਡ ਸਪੈਂਟ ਐਂਡ ਪਾਰਡਨ ਸੂ ਟੂ ਲਰਨ ਦਾ ਸਿੰਪਲੈਸਟ ਸੀਕ੍ਰੇਟ ਆਫ ਮਾਈ ਪੀਸ, ਅਤੇ ਉਮੀਦ ਹੈ ਵੀ ਤੈਨੂੰ ਪਤਾ ਲੱਗ ਗਿਆ। ਸੂ ਟੂ ਲਰਨ, ਕੋਸ਼ਿਸ਼ ਕੀਤੀ ਹੈਗੀ ਇਹ ਸਿੱਖਣ ਦੀ ਕਿ ਸਿੰਪਲ ਸੀਕ੍ਰੇਟ ਆਫ ਮਾਈ ਪੀਸ ਕਿ ਕਿਵੇਂ ਸ਼ਾਂਤ ਰਹਿਣਾ ਗਾ। ਸੋ ਇਸ ਸਟਾਂਜ਼ਾ ਦੇ ਵਿੱਚ ਸਾਫ਼ ਇਹ ਗੱਲ ਕਹੀ ਹੋਈ ਹੈਗੀ, ਕਹਿੰਦੇ ਜੇ ਤੂੰ ਵਾਕਈ ਨੌਲੇਜ ਲੈਣਾ ਚਾਹੁੰਦਾ ਗਾ ਤਾਂ ਪਹਿਲਾਂ ਤੈਨੂੰ ਕੀ ਕਰਨਾ ਪਏਗਾ, ਬਰਨ ਹੋਣਾ ਪਏਗਾ, ਜਲਣਾ ਪਏਗਾ, ਪਿਉਰੀਫਾਈ ਹੋਣ ਦੇ ਲਈ। ਤੈਨੂੰ ਵਾਕਈ ਪਤਾ ਲੱਗ ਜਾਏਗਾ ਕਿ ਕੀ ਧਰਤੀ ਦੇ ਉੱਪਰ ਰਹਿਣ ਦਾ, ਸੁੱਖ ਦੁੱਖ ਦਾ ਮਤਲਬ ਹੈ, ਕੀ ਜੀਵਨ ਮਰਨ ਦਾ ਚੱਕਰ ਹੈ, ਤੈਨੂੰ ਪਤਾ ਲੱਗ ਜੂ। ਪਰ ਪਹਿਲਾਂ ਤੈਨੂੰ ਅੱਗ ਦੇ ਵਾਂਗ ਜਲਣਾ ਪਵੇਗਾ, ਤੈਨੂੰ ਸਫ਼ਰ ਕਰਨਾ ਪਏਗਾ ਪਿਉਰੀਫਾਈ ਹੋਣ ਦੇ ਲਈ। ਨੈਕਸਟ ਸਟਾਂਜ਼ਾ ਦੇ ਵਿੱਚ ਜੋ ਕਿ ਲਾਸਟ ਹੈ, ਕਨਕਲੂਡਿੰਗ ਸਟਾਂਜ਼ਾ ਹੈ, ਆਏ bending from my sevenfold heights will teach thee of my quickening grace। Life is a prism of my light, and death the shadow of my face। ਸੋ ਇਹਦੇ ਵਿੱਚ ਕੀ ਕਹਿ ਰਿਹਾ ਪਰਮਾਤਮਾ? ਕਹਿੰਦਾ ਮੈਂ 7-fold ਹਾਈਟ ਤੋਂ ਝੁਕ ਰਿਹਾ। 7-fold ਹਾਈਟ ਦਾ ਮਤਲਬ ਇੱਥੇ ਸਵਰਗ ਤੋਂ ਲੈ ਸਕਦੇ ਆਂਗੇ, ਜਾਂ 7 ਤਰ੍ਹਾਂ ਦੇ ਜਿਵੇਂ ਕਲਰ ਹੁੰਦੇ ਨੇਗੇ। ਕਲਰ ਦਾ ਮਤਲਬ ਇੱਥੇ ਕੀ ਹੈ? ਜ਼ਿੰਦਗੀ ਰੰਗੀਨ ਹੈ, ਕਲਰਫੁਲ ਹੈ। ਹਰ ਇੱਕ ਜੋ ਪੱਖ ਹੈ ਉਹ ਪਰਮਾਤਮਾ ਦਾ ਹੀ ਦਿੱਤਾ ਹੋਇਆ। ਹਰ ਕਲਰ ਜਿਹੜਾ ਹੈ, ਚਾਹੇ ਸੁੱਖ ਹੈ, ਚਾਹੇ ਦੁੱਖ ਹੀ ਹੈ, ਚਾਹੇ ਅਸੀਂ ਸੀਰੀਅਸ ਆਂਗੇ, ਚਾਹੇ ਅਸੀਂ ਬਹੁਤ ਜ਼ਿਆਦਾ
ਗੁੱਸੇ ਦੇ ਵਿੱਚ ਆ। ਇਹ ਸਭ ਕੁਝ ਕੀ ਹੈਗਾ, ਜ਼ਿੰਦਗੀ ਦਾ ਇੱਕ ਰੰਗ ਹੈ। ਇਹ ਜਾਂ ਕਹ ਲਓ ਜ਼ਿੰਦਗੀ ਦੇ ਵੱਖਰੇ ਵੱਖਰੇ ਰੰਗ ਨੇ। ਤਾਂ ਹੁਣ ਇੱਥੇ ਸਵਰਗ ਦੀ ਗੱਲ ਕਹਿ ਸਕਦੇ, ਸੈਵਨਫੋਲਡ, ਜਾਂ ਅਸੀਂ ਅਲੱਗ-ਅਲੱਗ ਜੋ ਦੁੱਖ ਸੁੱਖ ਸਾਡੇ ਅਲੱਗ-ਅਲੱਗ ਤਰ੍ਹਾਂ ਦੇ ਕਲਰਸ ਨੇ ਲਾਈਫ ਦੇ, ਉਹ ਕਹਿ ਸਕਦੇ ਹਾਂ। ਸੋ ਕਹਿੰਦਾ ਮੈਂ ਹੁਣ ਉੱਥੋਂ ਝੁਕ ਰਿਹਾ ਗਾ, ਸੈਵਨਫੋਲਡ ਹਾਈਟ ਤੋਂ ਝੁਕ ਕੇ ਤੈਨੂੰ ਦੱਸ ਰਿਹਾ ਗਾ, ਵਿਲ ਟੀਚ ਦੀ ਆਫ ਮਾਈ ਕੁਇਕਨਿੰਗ ਗ੍ਰੇਸ। ਮੈਂ ਤੈਨੂੰ ਹੁਣ ਦੱਸਦਾ, ਸੀਕਰੇਟ ਦੱਸਦਾ। ਕੀ ਸੀਕਰੇਟ ਹੈ? ਲਾਈਫ ਇਜ਼ ਅ ਪ੍ਰਿਜ਼ਮ ਆਫ ਮਾਈ ਲਾਈਟ। ਪ੍ਰਿਜ਼ਮ ਕੀ ਹੁੰਦਾ ਹੈਗਾ? ਪ੍ਰਿਜ਼ਮ ਸਾਨੂੰ ਪਤਾ ਸੀ, ਹਰ ਇੱਕ ਨੇ ਯੂਜ਼ ਕੀਤਾ ਹੈਗਾ ਛੋਟੇ ਹੁੰਦੇ ਆ। ਉਹ ਪ੍ਰਿਜ਼ਮ ਦੇ ਵਿੱਚੋਂ ਜਦੋਂ ਅਸੀਂ ਵੇਖਦੇ ਹਾਂ ਤਾਂ ਅਲੱਗ-ਅਲੱਗ ਕਲਰ ਸਾਨੂੰ ਵੇਖਦੇ ਨੇਗੇ। ਉਵੇਂ ਹੀ ਜ਼ਿੰਦਗੀ ਕੀ ਹੈ? ਮੇਰੀ ਹੀ ਲਾਈਟ, ਪਰਮਾਤਮਾ ਕਹਿੰਦਾ ਮੇਰੇ ਦੁਆਰਾ ਦਿੱਤੀ ਹੋਈ ਹੀ ਇੱਕ ਪ੍ਰਿਜ਼ਮ ਹੈ। ਮਤਲਬ ਕਿ ਜ਼ਿੰਦਗੀ ਨੂੰ ਅਸੀਂ ਮਾਨਾਂਗੇ ਤਾਂ ਸਾਨੂੰ ਅਲੱਗ-ਅਲੱਗ ਤਰ੍ਹਾਂ ਦੇ ਕਲਰਸ ਦੇਖਣ ਨੂੰ ਮਿਲਣਗੇ। ਅਤੇ ਜਿਹੜੀ ਐਂਡ ਡੈਥ ਦਾ ਸ਼ੈਡੋ ਆਫ ਮਾਈ ਫੇਸ, ਅਤੇ ਜਿਹੜੀ ਡੈਥ ਹੈ ਉਹ ਵੀ ਸ਼ੈਡੋ ਹੈ ਮੇਰੇ ਚਿਹਰੇ ਦੀ। ਮਤਲਬ ਕੀ ਹੈਗਾ ਵੀ ਇੱਥੇ ਜ਼ਿਆਦਾ ਇੰਪੋਰਟੈਂਸ ਅਸੀਂ ਕਹਿ ਸਕਦੇ ਹਾਂ ਕਿ ਡੈਥ ਦੀ ਹੈ, ਕਿਉਂਕਿ ਡੈਥ ਦਾ ਮਤਲਬ ਕੀ ਹੁੰਦਾ ਹੈਗਾ? ਮਰਨਾ ਨਹੀਂ ਹੁੰਦਾ, ਬਲਕਿ ਇੱਕ ਨਵੀਂ ਸ਼ੁਰੂਆਤ ਹੋਣੀ ਆ ਪਰਮਾਤਮਾ ਵੱਲ ਜਾਣ ਦੀ। ਸੋ ਚਾਹੇ ਜਨਮ ਹੈ, ਚਾਹੇ ਉਹ ਮਰਨ ਹੈ, ਉਹ ਮੇਰਾ ਹੀ ਦਿੱਤਾ ਹੋਇਆ ਹੈਗਾ ਗਾ। ਇਹੀ ਸੀਕਰੇਟ ਹੈਗਾ। ਜਨਮ ਤੋਂ ਪਹਿਲਾਂ ਵੀ ਮੇਰੇ ਕੋਲੇ ਅਤੇ ਮੌਤ ਤੋਂ ਬਾਅਦ ਵੀ ਮੇਰੇ ਕੋਲੇ ਹੀ ਹੋਣਾ ਗਾ। ਸੋ ਇਹ ਪੋਇਮ ਦੀ ਇੱਕ ਐਕਸਪਲੇਨੇਸ਼ਨ ਸੀਗੀ। ਅਗਰ ਆਪਾਂ ਜਰਨਲ ਦੀ ਗੱਲ ਕਰਨੀ ਹੋਵੇ, ਉਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂਗੇ ਕਿ ਵਾਕਈ ਪ੍ਰੋਟੈਗਨਿਸਟ ਜਿਹੜੀ ਹੈ, ਸਪੀਕਰ ਹੈ, ਪਰਮਾਤਮਾ ਤੋਂ ਇਹੀ ਪੁੱਛਣਾ ਚਾਹੁੰਦੀ ਹੈ, ਜਾਂ ਇਹਨਾਂ ਵਰਡਸ ਦੇ ਥਰੂ ਕੁਛ ਹੋਰ ਵੀ ਪੁੱਛਣਾ ਚਾਹੁੰਦੀ ਸੀ। ਇਹ ਸਾਨੂੰ ਹੁਣ ਨਹੀਂ ਪਤਾ ਲੱਗ ਸਕਦਾ। ਅਸੀਂ ਜਿੰਨੀ ਕੁ ਐਕਸਪਲੇਨੇਸ਼ਨ ਕਰ ਸਕਦੇ ਸੀਗੇ ਉਨੀ ਕੁ ਆਪਾਂ ਨੇ ਹੁਣ ਇਹਦੇ ਵਿੱਚ ਕੀਤੀ ਹੋਈ ਆ। ਪਰ ਸਾਨੂੰ ਇੰਨਾ ਗੱਲ ਜ਼ਰੂਰ ਸਮਝ ਆਈ ਹੈ ਕਿ ਦੁੱਖ ਸੁੱਖ, ਜਨਮ ਮਰਨ, ਇਹ ਸਾਰੇ ਇੱਕ ਦੂਜੇ ਨਾਲ ਜੁੜੇ ਹੋਏ ਕੌਨਸੈਪਟ ਨੇਗੇ। ਅਸੀਂ ਇਹਨਾਂ ਨੂੰ ਇੱਕ ਦੂਜੇ ਤੋਂ ਵੱਖਰਾ ਨਹੀਂ ਕਰ ਸਕਦੇ। ਨਾ ਹੀ ਅਸੀਂ ਇਕੱਲੇ ਜਿਹੜੇ ਖੁਸ਼ੀਆਂ ਨੇਗੀਆਂ ਉਹਨਾਂ ਨੂੰ ਚੂਜ਼ ਕਰ ਸਕਦੇ, ਨਾ ਹੀ ਇਕੱਲੇ ਦੁੱਖ ਨੂੰ ਚੂਜ਼ ਕਰ ਸਕਦੇ ਹੈਗੇ। ਇਹ ਦੋਨੋਂ ਇੱਕ ਦੂਜੇ ਨਾਲ ਚੱਲਦੇ ਰਹਿੰਦੇ ਨੇਗੇ। ਜਿਵੇਂ ਕਿ ਦ ਓਡ ਟੂ ਦੀ ਵੈਸਟ ਵਿੰਡ ਨਾਂ ਦੀ ਜੋ ਪੋਇਮ ਹੈ ਪੀ.ਬੀ. ਸ਼ੈਲੇ ਦੀ, ਉਹਦੇ ਵਿੱਚ ਲਾਸਟ ਵਿੱਚ ਦੇਖੋ ਕੀ ਲਿਖਿਆ ਹੋਇਆ ਸੀਗਾ, ਇਫ ਵਿੰਟਰ ਕਮਸ ਕੈਨ ਸਪਰਿੰਗ ਵੀ ਫਾਰ ਬਿਹਾਈਂਡ। ਜੇ ਅੱਜ ਵਿੰਟਰ ਆ ਗਿਆ ਮਤਲਬ ਦੁੱਖ ਦੀ ਘੜੀ ਹੈ, ਕਿ ਸਪਰਿੰਗ ਮਤਲਬ ਖੁਸ਼ੀ ਦੂਰ ਹੈਗੀ? ਨਹੀਂ। ਜੇ ਮੰਨ ਲਓ ਅੱਜ ਦੁੱਖ ਨੇਗੇ, ਇਹਦਾ ਮਤਲਬ ਸਮਝ ਲਓ ਕਿ ਸਾਡੇ ਕੋਲੇ ਖੁਸ਼ੀਆਂ ਆਉਣ ਵਾਲੀਆਂ ਨੇ। ਸੋ ਇਹ ਦੁੱਖ ਸੁੱਖ ਜਿਹੜਾ ਹੈਗਾ ਗਾ, ਇਹ ਸਾਰਾ ਕੁਛ ਇੱਕ ਦੂਜੇ ਨਾਲ ਜੁੜਿਆ ਹੋਇਆ ਹੈਗਾ। ਅਤੇ ਚਾਹੇ ਜਨਮ ਹੈ, ਚਾਹੇ ਮਰਨ ਹੈ, ਇਹ ਪਰਮਾਤਮਾ ਦਾ ਹੀ ਦਿੱਤਾ ਹੋਏ ਕਨਸੈਪਟ ਨੇਗੇ। ਜੀਵਨ ਜਿਉਣ ਲਈ ਹੈ, ਜੀਵਨ ਮਾਨਣ ਲਈ ਹੈ, ਅਤੇ ਜੀਵਨ ਦੇ ਵਿੱਚ ਪਰਮਾਤਮਾ ਨਾਲ ਜੁੜਨ ਲਈ ਹੈ, ਕੁਛ ਚੰਗਾ ਕਰਨ ਦੀ ਹੈ। ਪਰ ਜਿਹੜੀ ਮੌਤ ਹੈ, ਮੌਤ ਤੋਂ ਨਾ ਡਰੋ, ਕਿਉਂਕਿ ਮੌਤ ਵੀ ਪਰਮਾਤਮਾ ਦਿੱਤੀ ਹੋਈ ਇੱਕ ਦਾਤ ਹੀ ਹੈ ਕਿ ਅਸੀਂ ਆਪਣਾ ਜ਼ਿੰਦਗੀ ਦੇ ਵਿੱਚ ਰਹਿ ਕੇ ਮਰਨ ਤੋਂ ਪਹਿਲਾਂ ਆਪਣਾ ਕੰਮ ਕਰ ਚੁੱਕੇ ਹਾਂ। ਹੁਣ ਅਸੀਂ ਮਰਨ ਤੋਂ ਬਾਅਦ ਆਪਾਂ ਆਪਣਾ ਕੰਮ ਹੋਰ ਕਰਾਂਗੇ। ਬਾਕੀ ਇਸ ਪੁਆਇੰਟ ਨਾਲ ਰਿਲੇਟਡ ਕੁਐਸਚਨ ਤੁਹਾਨੂੰ ਸਕਰੀਨ ਦੇ ਉੱਪਰ ਵਿਖ ਹੀ ਰਹੇ ਨੇਗੇ। ਤੁਸੀਂ ਇਹਨਾਂ ਦੇ ਆਨਸਰ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇ ਦਿੰਦੇ। ਆਲ ਦਾ ਵੈਰੀ ਵੈਰੀ ਬੈਸਟ।